सत श्री अकाल वेख रहे हो तुसी अजीत वैब टीवी। मैं हां नीलम सैनी। खबरां दे बुलेटिन दी शुरुआत तो पहला नज़र मार लैंदे हां चौंडवीआं खबरां ते। पंजाब च घट होवेगा पैट्रोल डीजल ते वैट। ट्रैक्टर हेठां आउण कारण भैण भरा दी होई मौत। नवजोत सिंह सिद्धू ने घेरी चन्नी सरकार, मंगिया हिसाब। डायरिया कारण 4 बच्चों की मौत, अद्धी दर्जन हस्पताल च दाखल। लुधियाना पहुंचे सुखबीर सिंह बादल, सिद्धू ਨੂੰ ਦੱਸਿਆ ਮਿਸਗਾਈਡਡ ਮਿਜ਼ਾਈਲ। ਅਤੇ ਹੁਣ ਖਬਰਾਂ ਦਾ ਵਿਸਥਾਰ। ਭਗਵਾਨ ਵਿਸ਼ਵਕਰਮਾ ਮੰਦਿਰ ਪਹੁੰਚੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਿੱਥੇ ਵਿਸ਼ਵਕਰਮਾ ਮੰਦਿਰ ਦੀ ਉਸਾਰੀ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ, ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਵੀ ਪੀੜਤ ਨੇ ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਹੈ ਉਹ ਚੰਡੀਗੜ੍ਹ ਦਫ਼ਤਰ ਤੱਕ ਪਹੁੰਚ ਕਰ ਸਕਦਾ ਹੈ ਜਾਂ ਫਿਰ ਮੇਲ ਰਾਹੀਂ ਆਪਣੀ ਤਕਲੀਫ ਦੱਸ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਮ ਜਨਤਾ ਦੀ ਮਾਂ ਪਿਓ ਵਾਂਗ ਹੁੰਦੀ ਹੈ, ਉਹ ਆਪਣੀ ਫਰਿਆਦ ਲੈ ਕੇ ਹੀ ਸਰਕਾਰ ਕੋਲ ਨਹੀਂ ਜਾਣਗੇ ਤਾਂ ਫਿਰ ਕਿਸ ਕੋਲ ਜਾਣਗੇ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਵੈਟ ਦੀ ਕਟੌਤੀ ਕਰਕੇ ਰਾਹਤ ਦਿੱਤੀ ਹੈ, ਉਸ ਨੂੰ ਲੈ ਕੇ ਸੂਬਾ ਸਰਕਾਰ ਵੀ ਜਲਦ ਕੋਈ ਨਾ ਕੋਈ ਐਲਾਨ ਜ਼ਰੂਰ ਕਰੇਗੀ। ਪ੍ਰੈਸ ਦੇ ਕੈਮਰੇ ਹੈ ਔਰ ਕੈਮਰੇ ਦੀਆਂ ਕਾਲੀਆਂ ਅੱਖਾਂ ਹੈ। ਮੈਂ ਤੁਹਾਡੀਆਂ ਇਹਨਾਂ ਅੱਖਾਂ ਦੇ ਜ਼ਰੀਏ ਮੈਂ ਪੰਜਾਬ ਦੇ ਲੋਕ ਜਿਹੜੇ ਆ, ਤੁਸੀਂ ਜੋ ਸਵਾਲ ਕੀਤਾ ਕਿ ਕੁਝ ਪੀੜਤ ਪਰਿਵਾਰ ਪਹੁੰਚੇ ਹੈ, ਮੈਂ ਤੁਹਾਡੀ ਮਾਰਫਤ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਸਰਕਾਰ ਹੁੰਦੀ ਹੈ ਇਹ ਮਾਂ-ਬਾਪ ਦੀ ਹੈਸੀਅਤ ਰੱਖਦੀ ਹੈ। ਜਿਵੇਂ ਇੱਕ ਮਾਂ-ਬਾਪ ਨੂੰ ਆਪਣੀ ਔਲਾਦ ਦੀ ਫਿਕਰ ਹੁੰਦੀ ਹੈ, ਸਰਕਾਰ ਨੂੰ ਆਪਣੀ ਕੌਮ ਦੀ ਫਿਕਰ ਹੁੰਦੀ ਹੈ। ਔਰ ਜੇ ਕੋਈ ਵੀ ਬੰਦਾ ਕਿਸੇ ਗੱਲ ਤੋਂ ਵੀ ਉਹਨੂੰ ਕੋਈ ਤਕਲੀਫ ਹੈ, ਕਿਸੇ ਵਜ੍ਹਾ ਨਾਲ ਵੀ ਤਕਲੀਫ ਹੈ, ਤਾਂ ਉਹ ਜਿਹੜੀ ਤਕਲੀਫ ਚੰਡੀਗੜ੍ਹ ਚਾਹੇ ਕਿਸੇ ਮੇਲ ਦੇ ਜ਼ਰੀਏ ਚਾਹੇ ਕਿਸੇ ਵਫਦ ਦੇ ਜ਼ਰੀਏ ਉਹ ਆ ਕੇ ਜੇ ਪਹੁੰਚਾਏਗਾ ਤਾਂ ਸਾਡੀ ਹਰ ਮੁਮਕਿਨ ਕੋਸ਼ਿਸ਼ ਹੋਏਗੀ ਕਿ ਉਹ ਤਕਲੀਫ ਜਿਹੜੀ ਹੈ ਉਹਦਾ ਹੱਲ ਨਿਕਲ ਸਕੇ। ਬਾਦਲ ਸਾਹਿਬ ਇੱਕ ਗੱਲ ਹੋਰ ਸਰ, ਇਹ ਗਰੀਬ ਲੋਕ ਚੁੱਕੀ ਜਾਂਦੇ ਨੇ ਸਭ ਜੋ ਗਵਰਨਮੈਂਟ ਆਫ ਇੰਡੀਆ ਨੇ ਜੋ ਪੈਟਰੋਲ ਦੇ ਰੇਟ ਦੇ ਵਿੱਚ ਐਕਸਾਈਜ਼ ਡਿਊਟੀ ਦੇ ਵਿੱਚ ਕਮੀ ਕੀਤੀ ਹੈ, ਪੰਜਾਬ ਸਰਕਾਰ ਉਹਦਾ ਖੈਰ ਮਕਦਮ ਕਰਦੀ ਹੈ। ਔਰ ਸਾਡੀ ਵੀ ਨੀਅਤ ਇਹੀ ਹੈ ਕਿ ਅਸੀਂ ਵੀ ਕੁਝ ਉਸੇ ਰਸਤੇ ਤੇ ਕੁਝ ਰਾਹਤ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਈਏ। ਦਸੂਹਾ ਦੇ ਨੇੜਲੇ ਪਿੰਡ ਬਡਲਾ ਵਿੱਚ ਦੀਵਾਲੀ ਵਾਲੇ ਦਿਨ ਟਰੈਕਟਰ ਦੇ ਨਹਿਰ ਵਿੱਚ ਡਿੱਗਣ ਕਾਰਨ ਉਸਦੇ ਸਵਾਰ ਭੈਣ ਭਰਾ ਦੀ ਮੌਤ ਹੋ ਗਈ, ਜਦਕਿ ਕੁਝ ਦੂਰੀ ਤੇ ਜਾ ਡਿੱਗੇ ਟਰੈਕਟਰ ਚਾਲਕ ਨੂੰ ਜ਼ਖਮੀ ਹੋ ਜਾਣ ਕਾਰਨ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ। ਮ੍ਰਿਤਕ ਬੱਚਿਆਂ ਦੇ ਪਿਤਾ ਦੀ ਕਰੀਬ 7 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਬੱਚਿਆਂ ਦੀ ਮੌਤ ਉਪਰੰਤ ਕੇਵਲ ਪਰਿਵਾਰ ਦੇ ਵਿੱਚ ਮਾਂ ਹੀ ਬਚੀ ਹੈ। ਕ੍ਰਿਤਿਕਾ ਅਤੇ ਉਸ ਦਾ ਭਰਾ ਕਾਰਤਿਕ ਰਾਣਾ ਪੁੱਤਰ ਰਾਜੇਸ਼ ਕੁਮਾਰ ਬੀਤੇ ਦਿਨ ਆਪਣੇ ਖੇਤਾਂ ਵਿੱਚੋਂ ਕੰਮ ਕਰਕੇ ਘਰ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਟਰੈਕਟਰ ਉੱਤੇ ਪਿੰਡ ਜਾ ਰਹੇ ਗੁਆਂਢੀ ਨਾਲ ਬੈਠ ਗਏ। ਇਸ ਦੌਰਾਨ ਟਰੈਕਟਰ ਨਹਿਰ ਦੇ ਵਿੱਚ ਪਲਟ ਗਿਆ। ਟਰੈਕਟਰ ਦੇ ਨਹਿਰ ਦੇ ਵਿੱਚ ਡਿੱਗਣ ਕਾਰਨ ਬੱਚਿਆਂ ਦੇ ਟਰੈਕਟਰ ਹੇਠਾਂ ਆਉਣ ਕਾਰਨ ਦੋਵਾਂ ਦੀ ਮੌਤ ਹੋ ਗਈ, ਜਦਕਿ ਟਰੈਕਟਰ ਚਾਲਕ ਕੁਝ ਦੂਰੀ ਤੇ ਡਿੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਦਸੂਹਾ ਪੁਲਿਸ ਨੇ ਲਾਸ਼ ਵਾਰਸਾਂ ਦੇ ਹਵਾਲੇ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। बस कुछ नहीं जी, न्याणे जिदा खेतों अपना काम करा दे, मैं अपना काम करा दा खेतों हल बाह दा। फिर न्याणे थोड़ी देर मैं इन्हों को गया बैठन, मैं के हाल चाल है, चलो न्याणे का पुछदा बंदा, वो पूछा, फिर ये मैं उन्होंने पूछा मैं तुसीं जाना, कहते नहीं जाना। फिर थोड़ी देर बाद फिर ही मुंडा जो अपने ट्रैक्टर को आया 100-150 मीटर हा उत्थे ट्रैक्टर खड़ा इन्हों को न्याणे को। फिर जिसलै मेरे मुंडा आया मेरे को, चाचा जाना आया सी, मैं चलो फिर कुड़ी भी वो थी, फिर ये दोनों जने मेरे नाल बैठी गए। मतलब आउंदे असीं इन्हां नाल मैं न्याणिਆਂ ਨੂੰ गप्पां मारन लग पिया, मैं गल्लां करदा रहा इन्हां नाल। फिर उत्थे गेट पर आ के पता नहीं लग्या सुहागा विच फसिया ट्रैक्टर नहर च। बस यही बनिया जी, होर तो कुछ नहीं। ਪੂਰਾ ਮਾਮਲਾ ਔਰ ਕੀ ਕਾਰਵਾਈ ਕੀਤੀ ਗਈ? ਇਹ ਸੂਚਨਾ ਮਿਲੀ ਸੀ ਵੀ ਟਰੈਕਟਰ ਪਲਟਣ ਨਾਲ ਨਹਿਰ ਦੇ ਵਿੱਚ ਤੇ 2 ਬੱਚਿਆਂ ਦੀ ਮੌਤ ਹੋ ਗਈ ਹੈ। ਜੋ ਮੌਕੇ ਤੇ ਪੁੱਜ ਕੇ ਵੇਖਿਆ ਵੀ ਟਰੈਕਟਰ ਜਿਹੜਾ ਪੁਲ ਕ੍ਰੋਸ ਕਰਨ ਲੱਗਿਆ ਨਹਿਰ 'ਚ ਡਿੱਗ ਗਿਆ ਸੀ। ਨਹਿਰ ਸੁੱਕੀ ਆ ਤੇ ਉਹਦੇ ਤੇ ਉੱਤੇ ਬੈਠੇ 2 ਬੱਚੇ, ਕ੍ਰਿਤਿਕਾ ਲੜਕੀ ਆ ਉਮਰ ਕਰੀਬ 15 ਕੁ ਸਾਲ ਤੇ ਕਾਰਤਿਕ ਰਾਣਾ ਲੜਕਾ, ਭੈਣ ਭਰਾ ਹੀ ਦੋਨੇ, ਉਹਦੀ ਹੈਗੀ ਉਮਰ ਕੋਈ 12 ਕੁ ਸਾਲ। ਤੇ ਦੋਨਾਂ ਬੱਚਿਆਂ ਦੇ ਸਿਰ ਫਿਸ ਗਏ ਟਰੈਕਟਰ ਉੱਪਰ ਡਿੱਗਣ ਨਾਲ, ਤੇ ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਤੇ ਅੱਜ
ਟਰੈਕਟਰ ਚਲਾਉਣ ਵਾਲੇ ਡਰਾਈਵਰ ਦੇ ਬਿਆਨ ਤੇ ਜਿਹੜਾ ਵਾ 174 CRPC ਤਹਿਤ ਕਾਰਵਾਈ ਕੀਤੀ ਆ ਤੇ ਉਹ ਦੱਸਦਾ ਵੀ ਉਹ ਖੇਤ ਚੋਂ ਵਹਾਈ ਕਰਕੇ ਆਉਣ ਡੇ ਸੀ ਤੇ ਨਾਲ ਗੁਆਂਢੀਆਂ ਦੇ ਬੱਚੇ ਸੀ ਜਿਨ੍ਹਾਂ ਨੂੰ ਬਿਠਾ ਕੇ ਉਹ ਨਾਲ ਘਰ ਨੂੰ ਲੈ ਕੇ ਜਾ ਰਿਹਾ ਸੀ ਤੇ ਪੁਲ ਕ੍ਰਾਸ ਕਰਦਿਆਂ ਪੁਲ ਤੇ ਬਣੇ ਗੇਟ ਦੇ ਵਿੱਚ ਸੁਹਾਗਾ ਫਸ ਗਿਆ ਜਿਹਦੇ ਨਾਲ ਟਰੈਕਟਰ ਜਿਹੜਾ ਵਾ ਨਹਿਰ 'ਚ ਪਲਟ ਖਾ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਆਪਣੀ ਹੀ ਸਰਕਾਰ ਉੱਪਰ ਸਵਾਲ ਚੁੱਕੇ। ਇਹੀ ਨਹੀਂ, ਸਿੱਧੂ ਨੇ ਨਾਮ ਲਏ ਬਗੈਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਉੱਪਰ ਹੀ ਸਵਾਲ ਖੜੇ ਕਰ ਦਿੱਤੇ ਅਤੇ ਹੁਣ ਤੱਕ ਸਰਕਾਰ ਨੇ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਕਿਹੜੇ ਕਦਮ ਚੁੱਕੇ ਨੇ ਇਸ ਦੇ ਬਾਰੇ ਹਿਸਾਬ ਵੀ ਮੰਗ ਲਿਆ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪਿੰਡਾਂ 'ਚ ਜਾਵਾਂਗੇ ਤਾਂ ਬੇਅਦਬੀ ਤੇ ਨਸ਼ਿਆਂ ਦੇ ਮਸਲੇ ਬਾਰੇ ਪਿੰਡਾਂ ਦੇ ਵਿੱਚ ਕੀ ਜਵਾਬ ਦੇਵਾਂਗੇ। ਉਨ੍ਹਾਂ ਨੇ ਸਿੱਧਾ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਬਾਰੇ ਸਖਤ ਐਕਸ਼ਨ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੀ ਰਿਪੋਰਟ ਪਾਰਟੀ ਹਾਈ ਕਮਾਂਡ ਨੂੰ ਸੌਂਪੇ, ਮੈਂ ਇਸ ਨੂੰ ਜਨਤਕ ਕਰਾਂਗਾ। ਸਿੱਧੂ ਨੇ ਇੱਕ ਵਾਰ ਫੇਰ ਦੁਹਰਾਇਆ ਹੈ ਕਿ ਮੈਂ ਮੁੱਦਿਆਂ ਦੀ ਗੱਲ ਕਰਦਾ ਹਾਂ, ਇਹ ਪੰਜਾਬ ਬਾਰੇ ਹੈ, ਨਿੱਜੀ ਕੁਝ ਵੀ ਨਹੀਂ। ਬਹੁਤ ਕਰੋੜੀ ਡਰੱਗ ਮਾਮਲੇ ਦਾ ਸਵਾਲ ਆਉਂਦਾ ਹੈ ਤੇ ਇਸ ਗੁੱਥੀ ਨੂੰ ਸੁਲਝਾਉਣ ਦੇ ਲਈ ਸਭ ਤੋਂ ਤਕੜੇ ਸਾਧਨ ਡੀਜੀਪੀ ਔਰ ਐਡਵੋਕੇਟ ਜਨਰਲ ਨੇ। And I want to clarify where am I coming from? 2015 ਦੇ ਵਿੱਚ 130 ਨੰਬਰ FIR ਦਰਜ ਹੁੰਦੀ ਹੈ ਬਰਗਾੜੀ ਦੇ ਮਾਮਲੇ 'ਚ। ਦਰਜ ਕੌਣ ਕਰਵਾਉਂਦਾ ਹੈ? ਉਦੋਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਸਾਹਿਬ, ਔਰ ਉਹ ਆਪਣੇ ਬਲੂ ਆਈਡ ਬॉय, ਆਪਣੇ ਚਹੇਤੇ, ਆਪਣੇ ਪਸੰਦੀਦਾ ਆਫੀਸਰ ਇਕਬਾਲਪ੍ਰੀਤ ਸਹੋਤਾ ਸਾਹਿਬ ਨੂੰ ਕਹਿੰਦੇ ਨੇ ਕਿ ਤੁਸੀਂ ਸਿੱਟ ਦੇ ਹੈਡ ਹੋਵੋਗੇ। ਸਿੱਟ ਕਨਸਟੀਟਿਊਟ ਹੁੰਦੀ ਹੈ। ਕੌਣ ਕਰਾ ਰਿਹਾ ਹੈ? one of the prime accused in the Bargadi Kand, one of the main links that leads to the chief minister and the deputy chief minister. Without him the jigsaw cannot be completed, the most important block of the jigsaw. ਉਹ 130 ਨੰਬਰ FIR ਪਤਾ ਨਹੀਂ ਕਿਹੜੀ ਇਨਵੈਸਟੀਗੇਸ਼ਨ ਕਿਹੜੀ ਹੋਈ, ਕੋਈ ਰਿਕਾਰਡ ਦੇ ਉੱਤੇ ਨਹੀਂ ਹੈ ਇਨਵੈਸਟੀਗੇਸ਼ਨ। ਲੇਕਿਨ ਸੁਖਬੀਰ ਬਾਦਲ ਦੇ ਨਾਲ ਬੈਠ ਕੇ IG ਇਕਬਾਲਪ੍ਰੀਤ ਸਹੋਤਾ ਕਹਿੰਦਾ ਜੀ ਇਹਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ। ਦੋ ਗੁਰਸਿੱਖ ਰੁਪਿੰਦਰ ਔਰ ਜਸਪਿੰਦਰ ਜਿਨ੍ਹਾਂ ਦੇ ਘਰੇ ਅਸੀਂ ਗਏ, 5 ਮੰਤਰੀ ਕੈਪਟਨ ਸਰਕਾਰ 'ਚ ਜਿਨ੍ਹਾਂ ਦੇ ਘਰੇ ਗਏ, ਜਿਨ੍ਹਾਂ ਦੇ ਚੱਡੇ ਪਾੜੇ ਗਏ, ਜਿਨ੍ਹਾਂ ਤੇ ਤਸ਼ੱਦਦ ਹੋਈ, ਇੱਕ ਸਰਪੰਚ ਨੂੰ 40 ਲੱਖ ਰੁਪਏ ਦਿੱਤੇ ਗਏ ਔਰ ਉੱਥੇ ਜਿਹੜੇ ਪਾਕ ਪਵਿੱਤਰ ਸਿੱਖ ਜਥੇਬੰਦੀਆਂ ਦੇ ਆਗੂ ਸੀ, ਇਹ ਕਿਹਾ ਗਿਆ ਕਿ ਪੰਥਪ੍ਰੀਤ ਜੀ ਦਾ ਨਾਮ ਲਓ, ਰੁਪਏ 50 ਲੱਖ ਦਿੱਤੇ ਗਏ ਔਨ ਰਿਕਾਰਡ। ਰਾਜਪੁਰਾ ਦੀ ਮਿਰਚ ਮੰਡੀ ਡੇਹਾ ਕਲੋਨੀ ਵਿੱਚ ਡਾਇਰੀਏ ਕਾਰਨ 4 ਮਾਸੂਮ ਬੱਚਿਆਂ ਦੀ ਮੌਤ ਹੋ ਜਾਣ ਕਾਰਨ ਕਲੋਨੀ ਦੇ ਵਿੱਚ ਸੋਗ ਦੀ ਲਹਿਰ ਹੈ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਅਤੇ ਪੂਰੀ ਸਫਾਈ ਨਾ ਹੋਣ ਕਾਰਨ ਇਹ ਪਾਣਾ ਵਾਪਰਿਆ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਅਤੇ ਹੋਰਨਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਸਾਫ਼ ਸਫਾਈ ਦਾ ਪੂਰਾ ਪ੍ਰਬੰਧ ਨਾ ਹੋਣ ਕਾਰਨ ਅਤੇ ਗੰਦੇ ਪਾਣੀ ਦੀ ਸਪਲਾਈ ਹੋਣ ਕਾਰਨ ਮਾਸੂਮਾਂ ਦੀ ਜਾਨ ਗਈ ਹੈ। ਕਲੋਨੀ ਦੇ ਵਿੱਚ ਸਿਵਲ ਹਸਪਤਾਲ ਦੇ ਡਾਕਟਰਸ ਦੀ ਟੀਮ ਪਹੁੰਚੀ ਅਤੇ ਕਲੋਨੀ ਵਾਸੀਆਂ ਨੂੰ ਦਵਾਈ ਅਤੇ RO ਕੋਲ ਕੇ ਪੈਕੇਟ ਵੀ ਉਨ੍ਹਾਂ ਵੱਲੋਂ ਦਿੱਤੇ ਗਏ। ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਪਾਣੀ ਦੇ ਸੈਂਪਲ ਲਏ ਗਏ ਨੇ, ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਕੀ ਨਾਂ ਸੀ ਉਹਨਾਂ ਦਾ? ਚਾਹਤ ਕਿੰਨੀ ਉਮਰ ਸੀ? 13 ਸਾਲ। ਕਿਉਂ ਹੋਈ ਡੈਥ ਉਹਨਾਂ ਦੀ? ਕਿਸ ਤਰ੍ਹਾਂ? ਉਹ ਜੀ ਬਸ ਇੱਕ ਰਾਤ ਦੇ ਵਿੱਚ ਉਲਟੀ ਟੱਟੀ ਲੱਗੀ ਉਹਨੂੰ, ਰਾਤ ਦੇ 2 ਵਜੇ। ਫਿਰ ਉਸ ਦੇ ਵਿੱਚ ਉਹ ਗੱਲ ਦੀ ਗੱਲ ਮੈਂ ਜਾ ਕੇ 11 ਵਜੇ 10 ਵਜੇ ਹਸਪੀਟਲ ਦਾਖਲ ਕਰਤੀ ਆ। ਕਿਹੜੇ ਚ? ਇਹ ਸਰਕਾਰੀ ਵਾਂ। ਅੱਛਾ। ਤਾਂ ਉਹ ਉਸ ਤੋਂ ਬਾਅਦ ਬਸ ਹਸਪੀਟਲ ਦੇ ਵਿੱਚ ਅੱਧਾ ਘੰਟਾ ਵੀ ਬੜੀ ਮੁਸ਼ਕਲ ਰਹੀ ਹੈ। ਉਹ ਗੱਲ ਦੀ ਗੱਲ ਪੂਰੀ ਹੋ ਗਈ। ਡਾਕਟਰ ਕੀ ਕਹਿੰਦੇ ਆ? ਡਾਕਟਰਾਂ ਨੇ ਦੇਖ ਕੇ ਉਹਨੂੰ ਕਹਤਾ ਹੈ, ਕਹਿੰਦੇ ਭਾਈ ਕਹਿੰਦੇ ਇਹਨੂੰ ਮੁਸ਼ਕਲ ਹੈ, ਕਹਿੰਦੇ ਇਹਨੂੰ ਇਹ
ਰਹਿਣ ਦੋ ਕਹਿੰਦੇ ਪਾਸੇ ਤਾਂ ਕਰ ਲੈ ਜੋ ਬਸ ਅਸੀਂ ਨਹੀਂ ਤੁਹਾਨੂੰ ਕੋਈ ਇਲਾਜ ਵਗੈਰਾ ਤੁਹਾਨੂੰ ਨਹੀਂ ਕੁਛ ਨਹੀਂ ਬਸ ਮਸ਼ੀਨਾਂ ਮਤਲਬ ਹਸਪਤਾਲ ਟ੍ਰੀਟਮੈਂਟ ਦਾ ਕੋਈ ਪ੍ਰੋਬਲਮ ਨਹੀਂ ਹੈਗੀ? ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੈ, ਆਪਾਂ ਕਿਉਂ ਕਹਦੇ ਜੀ ਉੱਥੇ ਟ੍ਰੀਟਮੈਂਟ ਠੀਕ ਹੋਇਆ? ਤੇ ਤੁਹਾਨੂੰ ਕੀ ਲੱਗਦਾ ਇਹ ਪਾਣੀ ਪੂਣੀ ਕਰਕੇ ਸਮੱਸਿਆ ਜਾਂ ਕੋਈ ਹੋਰ ਗੱਲ ਹੋਈ ਹੈ? ਨਹੀਂ, ਸਾਨੂੰ ਤਾਂ ਇਹ ਵੀ ਇਸ ਤਰ੍ਹਾਂ ਹੁਣ ਸਾਨੂੰ ਤਾਂ ਕੋਈ ਪਤਾ ਨਹੀਂ ਜੀ। ਅੱਜ ਤੱਕ ਸਾਨੂੰ ਤਾਂ ਇਹ ਡਰ ਲੱਗਦਾ ਕਿ ਪਾਣੀ ਦੀ ਪ੍ਰੋਬਲਮ ਹੈ। ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰ ਜੀ ਅੱਜ ਤਾਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਸਰਕਾਰ ਸਾਨੂੰ ਔਰ ਆਪਣੇ ਇਸ ਮੁਹੱਲੇ ਦਾ ਥੋੜਾ ਜਿਹਾ ਸੁਰਾਗ ਚੱਜ ਸਾਫ਼ ਸਫਾਈ ਵੱਲ ਧਿਆਨ ਦੇਵੇ ਔਰ ਫਿਰ ਇਹ ਜਿਹੜਾ ਪਾਣੀ ਵਗੈਰਾ ਇਹਨੂੰ ਥੋੜਾ ਇੱਥੇ ਮਤਲਬ ਗੰਦ ਮੱਚਿਆ ਹੋਇਆ? ਹਾਂਜੀ। ਦੇਖੋ, ਬੜੀ ਅਫਸੋਸ ਦੀ ਗੱਲ ਹੈ, ਇੱਕ ਪਾਸੇ ਸਾਰੇ ਲੋਕ ਤਿਉਹਾਰ ਮਨਾ ਰਹੇ ਸੀ ਦੀਵਾਲੀ ਦਾ ਬੜੇ ਚਾਈ ਔਰ ਇੱਕ ਪਾਸੇ ਇੱਥੇ ਘਰਾਂ ਦੇ ਜਿਹੜੇ ਆ ਚਿਰਾਗ ਬੁਝ ਰਹੇ ਸੀ। ਜਿਸ ਤਰ੍ਹਾਂ 4 ਬੱਚੇ ਗਏ ਹੈ ਔਰ ਹੋਰ ਵੀ ਦਰਜਨਾਂ ਜਿਹੜੇ ਹਸਪਤਾਲਾਂ ਦੇ ਵਿੱਚ ਪਏ ਹੈ, ਬੜੀ ਦੁਖਦਾਈ ਖਬਰ ਹੈ। ਔਰ ਇਹ ਇੱਕ ਤਾਂ ਹੁੰਦਾ ਕਿ ਕੁਦਰਤ ਦਾ ਕੋਈ ਕਹਿਰ ਵਾਪਰਿਆ ਹੋਵੇ, ਇੱਕ ਹੁੰਦਾ ਬੰਦਿਆਂ ਦੁਆਰਾ ਜਿਹੜਾ ਕਹਿਰ ਵਾਪਰਿਆ ਹੋਵੇ। ਕੁਦਰਤ ਵਾਲੇ ਨੂੰ ਤਾਂ ਬੰਦਾ ਭਾਣਾ ਮੰਨ ਲੈਂਦਾ, ਪਰ ਜਿਹੜਾ ਬੰਦਿਆਂ ਦੁਆਰਾ ਵਾਪਰਿਆ ਹੈ ਉਹਦੀ ਕਿਤੇ ਨਾ ਕਿਤੇ ਕੋਈ ਜਾਂਚ ਹੋ ਕੇ ਉਹਦੀ ਕੋਈ ਸਜ਼ਾ ਬਣਨੀ ਚਾਹੀਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਦੇ ਵਿੱਚ ਸਾਰੇ ਮਹੱਲਿਆਂ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਬੜਾ ਵੱਡਾ ਰੌਲਾ ਹੈ ਕਿ ਪਾਣੀ ਜਿਹੜਾ ਹੈ ਉਹ ਪੀਣ ਵਾਲਾ ਜਿਹੜਾ ਹੈਗਾ ਉਹ ਮਿਕਸ ਹੋ ਕੇ ਆ ਰਿਹਾ, ਗੰਦਾ ਪਾਣੀ ਆ ਰਿਹਾ। ਔਰ ਮੈਂ ਸਮਝਦਾ ਕਿ ਨਾ ਮਿਊਨਿਸਪਲ ਕਮੇਟੀ ਦੇ, ਨਾ ਪਾਣੀ ਵਾਲੇ ਮਹਿਕਮੇ ਤੇ, ਨਾ ਲੋਕਲ ਵਿਧਾਇਕ ਦੇ ਕਿਸੇ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਸੀ। ਔਰ ਇੱਥੇ ਗੱਲਾਂ ਤਾਂ ਹੋ ਰਹੀਆਂ ਕਿ ਸਿੰਗਾਪੁਰ ਬਣਾਤਾ, ਅਸੀਂ ਪਤਾ ਨਹੀਂ ਕੀ ਕਰਤਾ, ਪਰ ਅੱਜ ਹਾਲਾਤ ਤੁਹਾਡੇ ਸਾਹਮਣੇ ਹੈ ਕਿ ਕਿਸ ਕਿਸਮ ਦਾ ਜੇ ਪੀਣ ਵਾਲਾ ਪਾਣੀ ਵੀ ਨਹੀਂ ਦੇ ਸਕੇ ਤੁਸੀਂ ਡਿਵੈਲਪਮੈਂਟ ਦੀਆਂ ਗੱਲਾਂ ਕਰਨ ਦਾ ਹੱਕ ਕੀ ਰਹਿ ਜਾਂਦਾ ਤੁਹਾਨੂੰ? ਇਸ ਕਰਕੇ ਮੈਂ ਤਾਂ ਮੰਗ ਕਰੂੰਗਾ ਸਰਕਾਰ ਤੋਂ ਕਿ ਸਿਟਿੰਗ ਜੱਜ ਤੋਂ, ਭਾਵੇਂ ਕੋਈ ਲੋਕਲ ਸੀਜੀਐਮ ਸਾਹਿਬ ਹੋਣ ਜਾਂ ਕਿਸੇ ਵੀ ਜੱਜ ਸਾਹਿਬ ਤੋਂ ਜਿਹੜੀ ਹੈ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਜਿਹੜੇ ਜ਼ਿੰਮੇਵਾਰ ਲੋਕ ਹੈ ਜਿਨ੍ਹਾਂ ਕਰਕੇ ਇਹ ਪਾਣੀ ਜਿਹੜਾ ਨਾ ਪੀਣ ਯੋਗ ਬੱਚਿਆਂ ਨੂੰ ਤੇ ਸਾਰੇ ਲੋਕਾਂ ਨੂੰ ਮਿਲ ਰਿਹਾ ਹੈ, ਉਹ ਜਿਹੜੀਆਂ ਮੌਤਾਂ ਹੋਈਆਂ ਤੇ ਕੌਣ ਲੋਕ ਜ਼ਿੰਮੇਵਾਰ ਨੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸਰ, ਉਹ ਬੱਚਿਆਂ ਨੂੰ ਨਾ ਮੋਸਟਲੀ ਸਾਰਿਆਂ ਨੂੰ ਵੋਮਿਟਿੰਗ ਤੇ ਲੂਜ਼ ਮੋਸ਼ਨਸ ਲੱਗੇ ਹੋਏ ਹੈ। ਉਹ ਨਿਸ਼ਾਨੀ ਤਾਂ ਇਸ ਤਰ੍ਹਾਂ ਦੀ ਹੈਗੀ ਹੈ ਕਿ ਜਿਸ ਤਰ੍ਹਾਂ ਕਿਸੇ ਪਾਣੀ ਗੰਦਾ ਆ ਰਿਹਾ ਇਲਾਕੇ ਦੇ ਵਿੱਚ, ਜਿਹਦੇ ਕਰਕੇ ਕਾਫੀ ਸਾਰੇ ਬੱਚੇ ਇਵਨ ਕਿ ਵੱਡੇ ਵੀ ਉਸ ਦੇ ਨਾਲ ਅਫੈਕਟ ਹੋ ਰਹੇ ਹੈਗੇ ਹੈ। ਠੀਕ ਹੈਗਾ, ਪਰ ਮੇਰੇ ਕੋਲ ਜਿਹੜੇ ਵੀ ਬੱਚੇ ਆਏ ਹੈਗੇ ਹੁਣ ਸਾਰੇ ਬੱਚੇ ਠੀਕ ਹੈਗੇ ਤੇ ਅੱਜ ਉਹਨਾਂ ਚੋਂ ਮੋਸਟਲੀਆਂ ਨੂੰ ਛੁੱਟੀ ਵੀ ਹੋ ਜਾਏਗੀ। ਡਾਕਟਰ ਸਾਹਿਬ, ਕਿੰਨੇ ਆਪਣੇ ਕੋਲ ਪੇਸ਼ੈਂਟ ਆਏ ਸੀ? ਮੇਰੇ ਕੋਲ 3 ਬੱਚੇ ਆਏ ਸੀਗੇ ਜੀ, ਇੱਕ ਵੱਡਾ ਬੰਦਾ ਆਇਆ ਜੀ। ਆਪਣੇ ਕੋਲ 4 ਹੈ? 4 ਬੰਦੇ ਆਏ। ਤੇ ਪੈਰੀਫਲ ਜਿਹੀ ਲੱਗ ਰਿਹਾ ਵੀ ਉਹਨਾਂ ਨੂੰ ਗੰਦਾ ਪਾਣੀ ਕਰਕੇ ਹੋ ਸਕਦਾ? ਸਰ, ਮੋਸਟਲੀ ਤਾਂ ਕਿਉਂਕਿ ਇੱਕੋ ਇਲਾਕੇ ਨੂੰ ਬਿਲੋਂਗ ਕਰਦੇ ਹੈਗੇ ਤਾਂ ਯੂਜੂਅਲੀ ਤਾਂ ਐਵੇਂ ਹੁੰਦਾ ਜੀ ਕਿ ਗੰਦਾ ਪਾਣੀ ਆ ਗਿਆ ਜਾਂ ਘਰ 'ਚ ਵਾਟਰ ਸਪਲਾਈ ਕੋਈ ਚੰਗੀ ਨਹੀਂ ਆ ਰਹੀ ਜਾਂ ਆਸ-ਪਾਸ ਘਰ ਦਾ ਇਲਾਕਾ ਆਪਣਾ ਸਾਫ਼ ਸੁਥਰਾ ਨਹੀਂ ਹੈਗਾ। ਤੇ ਮੈਂ ਤਾਂ ਉਹਨਾਂ ਦੇ ਘਰਦਿਆਂ ਨੂੰ ਵੀ ਸਾਰਿਆਂ ਨੂੰ ਇਹੀ ਸਮਝਾਇਆ ਕਿ ਆਪਣੇ ਆਸ-ਪਾਸ ਸਫਾਈ ਰੱਖੋ, ਪਾਣੀ ਨੂੰ ਉਬਾਲ ਕੇ ਪੀਓ, ਕਿਉਂਕਿ ਫਿਲਟਰ ਤਾਂ ਉਹਨਾਂ ਦੇ ਘਰਾਂ ਵਿੱਚ ਹੈ ਨਹੀਂ, ਤੇ ਪਾਣੀ ਨੂੰ ਉਬਾਲ ਕੇ ਸਾਫ਼ ਸੁਥਰਾ ਕਰਕੇ ਉਹ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਬਾਕੀ ਬੰਦਿਆਂ ਦਾ ਬਚਾਅ ਹੋ ਸਕੇ। ਮਤਲਬ ਜਿਹੜੇ ਬੱਚੇ ਐਡਮਿਟ ਹੈ ਇਹ ਆਊਟ ਆਫ ਡੇਂਜਰ ਹੈ? ਇਹ ਆਊਟ ਆਫ ਡੇਂਜਰ ਹੈਗੇ ਜੀ। ਮੇਰੇ ਕੋਲ ਜਿਹੜੇ ਵੀ ਆਏ ਆ ਸਾਰੇ ਠੀਕ ਹੈਗੇ ਜੀ, ਸਾਰੇ ਠੀਕ ਹੋ ਕੇ ਘਰ ਚਲੇ ਜਾਣਗੇ। 1984 ਸਿੱਖ ਨਸਲਕੁਸ਼ੀ ਨੂੰ ਲੈ ਕੇ ਨਵੀਂ ਦਿੱਲੀ ਦੇ ਵਿੱਚ ਕਤਲ ਕੀਤੇ ਗਏ ਸਿੱਖ ਪਰਿਵਾਰਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਪਾਠ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਦੇ ਲਈ ਲੁਧਿਆਣਾ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਜੋ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕੀਤਾ ਗਿਆ ਉਸ ਦੇ ਮੱਦੇਨਜ਼ਰ ਸਾਰੇ ਪੰਜਾਬੀਆਂ ਨੂੰ ਕਾਂਗਰਸ ਨੂੰ ਨਕਾਰਨਾ ਚਾਹੀਦਾ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਪਹਿਲੀ ਹੀ ਕੈਬਨਿਟ ਦੇ ਵਿੱਚ ਪੀੜਤ ਪਰਿਵਾਰਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ। ਇਸ ਮੌਕੇ ਵਿਸ਼ਵਕਰਮਾ ਦਿਵਸ ਤੇ ਉਹਨਾਂ ਕਿਹਾ ਕਿ ਸਰਕਾਰ ਆਉਣ ਤੇ ਲੁਧਿਆਣੇ ਦੇ ਵਿੱਚ ਇੱਕ ਵੱਡਾ ਵਿਸ਼ਵਕਰਮਾ ਸਕਿੱਲ ਸੈਂਟਰ ਖੋਲ੍ਹਿਆ ਜਾਏਗਾ। ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮਿਸਗਾਈਡਡ ਮਿਸਾਈਲ ਹੈ, ਉਸ ਦਾ ਨਹੀਂ ਪਤਾ ਕਿ ਉਸਨੇ ਕਿੱਥੇ ਫਟਣਾ ਹੈ। ਸੈਂਟਰ ਸਰਕਾਰ ਨੇ 10 ਰੁਪਏ ਲੀਟਰ ਡੀਜ਼ਲ 5 ਰੁਪਏ ਲੀਟਰ ਪੈਟਰੋਲ ਸਸਤਾ ਕੀਤਾ ਹੈ। ਬਾਕੀ ਸਾਰੀਆਂ ਹੀ ਕਾਫੀ ਸੂਬਿਆਂ ਨੇ 10-10 ਰੁਪਏ ਘਟਾਤੇ ਹੈ। ਸੋ ਪੰਜਾਬ ਸਰਕਾਰ ਨੂੰ ਇਮੀਡੀਏਟਲੀ ਅੱਜ ਅਨਾਉਂਸ ਕਰਨਾ ਚਾਹੀਦਾ ਹੈ 10 ਰੁਪਏ ਲੀਟਰ ਡੀਜ਼ਲ ਤੇ 10 ਰੁਪਏ ਲੀटर पेट्रोल सस्ता किया जाए। सिद्धू साहब कभी लड़ाई करते हैं, कभी तारीफ करते हैं, अभी वो तारीफ करना शुरू कर दिया। देखो कितने दिन होता है, वो मिसाइल मिसगाइडेड है, डिगेगी। अब तैयारी कर रही है, अभी तो लॉन्चिंग का तैयारी कर रही है, लॉन्च होने वाली है। ਤੁਸੀਂ ਇੱਕ ਗੱਲ ਦੱਸੋ, ਉਹਨੇ ਕੀਤਾ ਕੀ ਹੈ?
ਕੀ ਕਿਸੇ ਕਾਂਗਰਸ ਦੇ ਕਿਸੇ ਵੀ ਬੰਦੇ ਦੀ ਬੱਸ ਫੜੀ ਹੈ? ਉਹਨਾਂ ਨੇ ਕੀ ਕੀਤਾ ਹੈ? ਉਹਨਾਂ ਨੇ ਕਿਹਾ ਰਿਟਨ ਆਰਡਰ ਸੀ ਕਿ ਕਰੋਨਾ ਦੇ ਵਿੱਚ ਤੁਸੀਂ 50% ਆਕੂਪੈਂਸੀ ਤੇ ਚਲਾਓ। ਮਤਲਬ ਕੀ ਹੈ? ਟੈਕਸ 50% ਲੱਗੂਗਾ ਜਾਂ ਘੱਟ ਲੱਗੂਗਾ? ਤਾਂ ਕਿਸ ਵਾਸਤੇ ਫੜ ਰਹੇ ਹੈ? ਇੱਕ ਵੀ ਬੱਸ ਜਿਹੜੀ ਫੜੀ ਹੈ ਉਹ ਬਗੈਰ ਪਰਮਿਟ ਤੇ ਨਹੀਂ ਹੈ, ਇਲੀਗਲ। ਮੈਂ ਉਹੀ ਕਹਿਣਾ ਚਾਹੁੰਦਾ ਕਿ ਸਰ ਮਨਪ੍ਰੀਤ ਸਿੰਘ ਬਾਦਲ ਦੀ ਬੱਸ ਹੈ ਫੜੀ ਹੈ, ਕਿ ਕਿੱਕੀ ਢਿੱਲੋਂ ਦੀ ਬੱਸ ਫੜੀ ਹੈ, ਕਿ ਉਹਨਾਂ ਦੀ ਫੜੀ ਹੈ। ਕੱਲਾ ਪੋਲੀਟੀਕਲ, ਮੈਂ ਤਾਈਓ ਅੱਜ ਤੱਕ ਨਹੀਂ ਮੈਂ ਇਸ਼ੂ ਰੇਜ਼ ਕੀਤਾ ਕਿਉਂ ਅਸੀਂ ਪਰਵਾਹ ਹੀ ਨਹੀਂ ਕਰਦੇ। ਜੋ ਕਰਨਾ ਕਰਨਾ ਪੂਰਾ ਕਰ ਲੈਣ। ਮਹਿਤਪੁਰ ਵਿਖੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਜ਼ਮੀਨੀ ਵਿਵਾਦ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਲਾਡੀ ਪੁੱਤਰ ਹਰਭਜਨ ਸਿੰਘ ਵਾਸੀ ਮਹਿਤਪੁਰ ਵਜੋਂ ਹੋਈ ਹੈ। ਮ੍ਰਿਤਕ ਗੁਰਵਿੰਦਰ ਸਿੰਘ ਦੀ ਮਾਤਾ ਵੱਲੋਂ ਦੋਸ਼ ਲਗਾਏ ਗਏ ਨੇ ਕਿ ਪ੍ਰਿਤਪਾਲ ਸਿੰਘ ਨੇ ਹੀ ਮੇਰੇ ਪੁੱਤਰ ਨੂੰ ਗੋਲੀਆਂ ਮਾਰ ਕੇ ਮਾਰਿਆ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਅਤੇ ਲੋਕਾਂ ਵੱਲੋਂ ਲਾਡੀ ਦੀ ਦੇਹ ਨੂੰ ਥਾਣੇ ਦੇ ਬਾਹਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਲਾਡੀ ਦੀ ਮਾਤਾ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਉਦੋਂ ਤੱਕ ਲਾਸ਼ ਨਹੀਂ ਚੱਕੀ ਜਾਏਗੀ। ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਐਸਪੀ ਜਲੰਧਰ ਮਨਪ੍ਰੀਤ ਸਿੰਘ ਢਿੱਲੋਂ ਅਤੇ ਸ਼ਾਹਕੋਟ ਦੇ ਡੀਐਸਪੀ ਸ਼ਮਸ਼ੇਰ ਸਿੰਘ ਅਤੇ ਸ਼ਾਹਕੋਟ ਦੇ ਐਸਐਚਓ ਸੁਰਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮੇਰਾ ਪੁੱਤ ਸਵੇਰੇ ਟਰੈਕਟਰ ਲੈ ਕੇ ਗਿਆ ਕਣਕ ਬੀਜਣ, ਜਾ ਕੇ ਖੱਤੇ 'ਚ ਕਣਕ ਬੀਜਦਾ। ਇਹ ਦੁਸ਼ਮਣ ਕਿਤੇ ਗੱਡੀ ਲਿਆ ਕੇ ਗੱਡੀ ਮੋੜ ਕੇ ਲਾ ਕੇ ਇਹਨੇ ਕੁਛ ਗੋਲੀਆਂ ਅੱਗੋਂ ਦੀ ਕੁਛ ਜਦੋਂ ਮੁੜ ਕੇ ਆਉਂਦਾ ਮੁੰਡਾ ਤੇ ਪਿੱਛੋਂ ਦੀ ਛਾਨਣੀ ਕਰ ਦਿੱਤਾ ਮੇਰਾ ਪੁੱਤ। ਕੋਈ ਐਡੀ ਕੋਈ ਇਹਦੇ ਨਾਲ ਦੁਸ਼ਮਣੀ ਨਹੀਂ ਸੀ। ਮੈਨੂੰ ਦੱਸਦਾ ਕੀ ਲੈਣਾ ਸੀ ਇਹਨੇ ਸਾਡੇ ਕੋਲ? ਕੋਈ ਬੰਦੇ ਦਾ ਕੋਈ ਵੱਟਦਾ ਨਹੀਂ ਸੀ ਰੌਲਾ। ਰਾਹ ਦੀ ਗੱਲ ਸੀ, ਇਹਦੇ ਤੋਂ 50 ਵਾਰੀ ਦਰਖਾਸਤ ਇੱਥੇ ਦਿੱਤੀ ਸੀ। ਇਹਨੇ ਕਿਉਂ ਵਸਾ ਕੇ ਮੇਰੇ ਪੁੱਤ ਨੂੰ ਮਾਰਿਆ? ਕੀ ਨਾਮ ਕੀ ਸੀਗਾ ਤੁਹਾਡੇ ਬੇਟੇ ਦਾ? ਨਾਮ ਕੀ ਸੀ? ਗੁਰਵਿੰਦਰ ਸਿੰਘ ਲਾਡੀ। ਤੇ ਮਾਰਿਆ ਕਿੰਨੇ, ਕੁਝ ਪਤਾ ਲੱਗਾ? ਪ੍ਰਿਤਪਾਲ ਨੇ। ਅੱਛਾ ਜੀ। ਹਾਂਜੀ। ਇਹਦੀ ਪੁਰਾਣੀ ਕੋਈ ਰੰਜਿਸ਼ ਚੱਲ ਰਹੀ ਸੀ ਜਾਂ ਕਿਸ ਤਰ੍ਹਾਂ? ਖਾਸ ਰੰਜਿਸ਼ ਨਹੀਂ ਸੀ ਹੈਗੀ ਕੋਈ ਵੀ। ਥਾਂ ਦੀ ਸੀ ਰਾਹ ਦੀ। ਤੇ ਹੁਣ ਇਹ ਪਰੇਸ਼ਾਨ ਕਰਦਾ ਸੀ ਸਾਨੂੰ ਇਹ ਬੰਦਾ। ਕਿਸ ਗੱਲ ਤੋਂ ਪਰੇਸ਼ਾਨ ਕਰ ਰਿਹਾ ਰਾਹ ਸੀ? ਤੋਂ ਵੀ ਰਾਹ ਤੇ ਨਾ ਲੰਘੋ, ਜਦ ਕਿ ਰਾਹ ਅੱਗੇ ਸਾਰਿਆਂ ਦਾ ਹੈਗਾ ਸੀ। ਅੱਗੇ ਜਿਨ੍ਹਾਂ ਦਾ ਤੌੜ ਵਿੱਚ ਹੈਗਾ ਸੀ ਉਹਨਾਂ ਦਾ ਵੀ ਰਾਹ ਹੈਗਾ ਸੀ। ਤੇ ਹੁਣ ਤੁਸੀਂ ਜਿਹੜੀ ਥਾਣੇ ਦੇ ਮੂਹਰੇ ਲਾਸ਼ ਰੱਖੀ ਹੋਈ, ਕੀ ਕਾਰਨ ਹੈ ਇਹ? ਅਸੀਂ ਉਹਨੂੰ ਲਿਆਓ ਇੱਥੇ, ਪੁਲਿਸ ਆਏ ਉਹਨੂੰ ਲਿਆਉਣ ਇੱਥੇ, ਮੇਰੇ ਸਾਹਮਣੇ ਆਵੇ ਬੰਦਾ, ਫਿਰ ਲਾਸ਼ ਚੁੱਕਾਂਗੇ। ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ? ਮੰਗ ਇਹ ਕਰਨੇ ਆ ਵੀ ਉਹਨੂੰ ਪ੍ਰਿਤਪਾਲ ਨੂੰ ਲਿਆ ਕੇ ਇੱਥੇ ਪੇਸ਼ ਕਰਨ, ਬੰਦੇ ਫੜਨ ਪੁਲਿਸ ਵਾਲੇ ਉਹਨੂੰ। ਇਹ ਮੁੰਡਾ ਲਾਡੀ ਹੈ, ਉਹਦਾ ਮਰਡਰ ਹੋਇਆ ਹੈ ਤੇ ਇਹਦੇ ਰਿਲੇਟਿਵ ਦੇ ਵਿੱਚੋਂ ਸੀਗਾ ਪ੍ਰਿਤਪਾਲ, ਜਿਹਦੇ ਵੱਲੋਂ ਫਾਇਰ ਕਰਕੇ ਉਹਨੂੰ ਮਾਰ ਦਿੱਤਾ ਗਿਆ ਹੈ ਤੇ ਐਫਆਈਆਰ ਲਾਂਚ ਕਰਕੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਤੇ ਸਰ ਕਾਰਨ ਕੀ ਲੱਗਦਾ ਕਿ ਜਿਹੜਾ ਇਹ ਕਤਲ ਕੀਤਾ ਗਿਆ ਹੈ? ਉਹ ਫਰਦਰ ਇਨਵੈਸਟੀਗੇਸ਼ਨ ਪਤਾ ਲੱਗਦਾ ਕੀ ਕਾਰਨ ਹੈ, ਪਰਿਵਾਰ ਨੂੰ ਪੁੱਛ ਕੇ। ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਸੀ? ਹਾਲੇ ਗੱਲ ਸਾਹਮਣੇ ਨਹੀਂ ਆਈ। ਤੇ ਸਰ ਕੋਈ ਅਰੈਸਟ ਵੀ ਹੋਇਆ? ਨਹੀਂ, ਹਾਲੇ ਅਰੈਸਟ ਨਹੀਂ। ਦੇਸ਼ ਦੇ ਵਿੱਚ ਬੀਤੇ ਦਿਨੀ ਦੀਵਾਲੀ ਦੇ ਤਿਉਹਾਰ ਮੌਕੇ ਕੁਝ ਰਾਜਾਂ ਦੇ ਵਿੱਚ ਪਟਾਕੇ ਚਲਾਉਣ ਤੇ ਪਾਬੰਦੀ ਲਗਾਈ ਗਈ ਸੀ। ਇਸ ਦੌਰਾਨ ਇੱਕ ਰਿਪੋਰਟ ਮੁਤਾਬਕ ਕਿਹਾ ਗਿਆ ਹੈ ਕਿ ਦਿੱਲੀ ਐਨਸੀਆਰ 'ਚ ਪਟਾਕਿਆਂ ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਮੌਕੇ ਖੁੱਲ੍ਹ ਕੇ ਆਤਿਸ਼ਬਾਜ਼ੀ ਹੋਈ। ਇਸ ਤੋਂ ਬਾਅਦ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਗੰਭੀਰ ਸ਼੍ਰੇਣੀ 'ਚ ਪਹੁੰਚ ਗਿਆ ਹੈ। ਦਿੱਲੀ ਸਰਕਾਰ ਦੇ ਪਟਾਕਿਆਂ ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਮੌਕੇ ਕਈ ਲੋਕ ਸੜਕਾਂ ਤੇ ਪਟਾਕੇ ਫੂਕਦੇ ਨਜ਼ਰ ਆਏ। ਇਸ ਦੇ ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆંકੜਿਆਂ ਮੁਤਾਬਕ ਰਾਜਧਾਨੀ ਦੀ ਪਿਛਲੇ 24 ਘੰਟਿਆਂ ਦੀ ਔਸਤ 에ਅਰ ਕੁਆਲਿਟੀ ਵੀਰਵਾਰ ਨੂੰ 382 ਤੇ ਪਹੁੰਚ ਗਈ। ਉੱਥੇ ਪੰਜਾਬ 'ਚ ਵੀ 에ਅਰ ਕੁਆਲਿਟੀ ਇੰਡੈਕਸ ਤੇ ਫਰਕ ਦੇਖਣ ਨੂੰ ਮਿਲਿਆ ਹੈ ਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਹਦਾਇਤ ਕੀਤੀ ਗਈ है। पॉल्यूशन अनलिमिटेड है सर। आज मैं अभी गाजियाबाद से यहाँ नोएडा तक के लिए ट्रैवल कर रहा हूँ तो मुझे रास्ते में दिखा कि बाइक चलाने में इतनी मुश्किल हो रही है जिसका कोई हिसाब नहीं। ये तक कि दूसरी गाड़ियों के सहारा ले लेके हमें आगे बढ़ना पड़ रहा है। कल पटाखे जले अनलिमिटेड इसकी वजह से, नहीं तो परसों तक तो पॉल्यूशन था ही नहीं। हमने परसों भी जॉब करी है लेकिन परसों ऐसा कुछ नहीं था, बिल्कुल स्पीड से आए हैं आज। बट इतना है कि अब देख ही सकते हो कि किसी से भी मतलब ये नहीं कह सकता कि कोई आज पॉल्यूशन नहीं है। अनलिमिटेड पॉल्यूशन है आज की डेट का। ਬੰਦੀ ਛੋੜ ਦਿਵਸ ਦੇ ਮੌਕੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਮਨਾਇਆ ਜਾਂਦਾ ਹੈ, ਜਿਸ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਤਰਨਾ ਦਲ ਵੱਲੋਂ ਅੰਮ੍ਰਿਤਸਰ ਦੇ
ਪੰਗਾ ਸਾਹਿਬ ਗੁਰਦੁਆਰੇ ਦੀ ਗਰਾਊਂਡ ਦੇ ਵਿੱਚ ਆਪਣੇ ਅਲੱਗ-ਅਲੱਗ ਕਰਤੱਵ ਦਿਖਾਏ ਜਾਂਦੇ ਨੇ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਮੁਹੱਲੇ ਦੀ ਆਪਣੀ ਵੱਖਰੀ ਮਹੱਤਤਾ ਹੈ, ਜਿਸ ਦੇ ਵਿੱਚ ਨਿਹੰਗ ਸਿੰਘ ਵੱਧ ਚੜ ਕੇ ਹਿੱਸਾ ਲੈਂਦੇ ਨੇ। ਨਿਹੰਗ ਸਿੰਘ ਜਥੇਬੰਦੀਆਂ ਨੇ ਨੁਮਾਇੰਦਾ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਹੈ ਕਿ ਬੰਦੀ ਛੋੜ ਦਿਵਸ ਦੇ ਮੌਕੇ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਮਨਾਇਆ ਜਾਂਦਾ ਹੈ। ਸਜਾਇਆ ਗਿਆ ਸੀ ਤੇ ਸਟੇਡੀਅਮ ਦੇ ਵਿੱਚ ਆ ਕੇ ਸਿੰਘਾਂ ਨੇ ਜੰਗਜੂ ਕਰਤੱਵ ਦਿਖਾਏ ਨੇ। 2 ਘੋੜਿਆਂ ਦੀ ਸਵਾਰੀ 3 4 4 5 5 ਘੋੜਿਆਂ ਤੇ ਸਿੰਘਾਂ ਨੇ ਖੜੇ ਹੋ ਕੇ ਲੰਮੇ ਪੈ ਕੇ ਜੰਗਜੂ ਕਰਤੱਵ ਦਿਖਾਏ ਨੇ। ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ। ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ। ਨਾਲ ਹੀ ਬੇਨਤੀ ਕਰਦਾ, ਇਹ ਸਾਡੀ ਪੁਰਾਤਨ ਮਰਿਆਦਾ ਹੈ ਨਿਹੰਗ ਸਿੰਘਾਂ ਦੀ, ਤੇ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਪਰ ਤਿਆਰ ਬਾਣੀ ਬਾਣੇ ਦੇ ਧਾਰਨੀ ਹੋਣ। ये मोहल्ला मैंने पहली बार ऐसा देखा है, कभी पहले देखा नहीं है, और इससे हमें ये सीख मिलती है कि जितनी भक्ति ज़रूरी है उतनी ही शक्ति भी ज़रूरी है। तो आप आगे से आएंगे यहाँ पर ये मोहल्ला देखेंगे? ज़रूर आएंगे। आपने पार्टिसिपेट करना शौक है ऐसा मोहल्ले में पार्टिसिपेट? ज़रूर शौक है, बड़े होंगे तो ज़रूर करेंगे। हम राजकोट गुजरात से आए हैं, अहमदाबाद के पास से। जो आज ये मोहल्ला लगाया गया, क्या कहेंगे आप? हम बस यही कहेंगे कि ये शक्ति का इससे बढ़िया प्रदर्शन कहीं देखने को नहीं मिलेगा, और मतलब इनको जब देखते हैं कि इनको कोई डर ही नहीं है, इतनी निडरता से करते, तो हमको वो महसूस होता है कि जंग में हमारे गुरुओं ने और उनकी फ़ौज ने किस तरह से लड़ाई करी होगी, मेरा बिल्कुल निडर होके, तो बहुत खुशी होती है देख। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਸਥਿਤ ਕੇਦਾਰਨਾਥ ਦੇ ਦੌਰੇ ਤੇ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਧਾਮ ਦੀ ਪਰਿਕਰਮਾ ਅਤੇ ਜਲ ਅਭਿਸ਼ੇਕ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਕੇਦਾਰਨਾਥ 'ਚ ਸ਼੍ਰੀ ਆਦਿ ਸ਼ੰਕਰਾਚਾਰਿਆ ਦੀ ਮੂਰਤੀ ਦਾ ਉਦਘਾਟਨ ਕੀਤਾ। ਦੱਸਦੀ ਕਿ ਸ਼ੰਕਰਾਚਾਰਿਆ ਦੀ 12 ਫੁੱਟ ਉੱਚੀ ਅਤੇ 35 ਟਨ ਵਜ਼ਨ ਵਾਲੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਉੱਥੇ ਬੈਠ ਕੇ ਪੂਜਾ ਵੀ ਕੀਤੀ। ਇਹ ਮੂਰਤੀ ਕਰਨਾਟਕ ਦੇ ਮੈਸੂਰ 'ਚ ਤਿਆਰ ਕੀਤੀ ਗਈ ਸੀ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਲ 2013 ਦੀ ਤਬਾਹੀ ਤੋਂ ਬਾਅਦ ਲੋਕ ਸੋਚ ਰਹੇ ਸਨ ਕਿ ਕੇਦਾਰਨਾਥ ਦਾ ਕਿਆ ਮੁੜ ਵਿਕਾਸ ਕੀਤਾ ਜਾ ਸਕਦਾ ਹੈ, ਪਰ ਮੇਰੇ ਅੰਦਰ ਇੱਕ ਆਵਾਜ਼ ਹਮੇਸ਼ਾ ਮੈਨੂੰ ਕਹਿੰਦੀ ਸੀ ਕਿ ਕੇਦਾਰਨਾਥ ਫਿਰ ਤੋਂ ਵਿਕਾਸ ਕਰੇਗਾ। ਇਸ ਦੇ ਨਾਲ ਹੀ ਪੀਐਮ ਨੇ ਕਈ ਮੁੱਦਿਆਂ ਤੇ ਗੱਲ ਕੀਤੀ। हमारा देश तो इतना विशाल है, इतनी महान ऋषि परंपरा है, एक से बढ़कर एक तपस्वी आज भी भारत के हर कोने में आध्यात्मिक चेतना को जगाते रहते हैं। ऐसे अनेक संतगण आज देश के हर कोने में और यहां भी हमारे साथ जुड़े हुए हैं। लेकिन संबोधन में अगर मैं सिर्फ उनका नामोल्लेख करना चाहूं तो भी शायद 1 सप्ताह कम पड़ जाएगा, और अगर एकाध नाम छूट गया तो शायद मैं जीवन भर किसी पाप के बोझ में दब जाऊंगा। मेरी इच्छा होते हुए भी मैं इस समय सभी का नामोल्लेख नहीं कर पा रहा हूं, लेकिन मैं उन सबको आदरपूर्वक प्रणाम करता हूं। वे जहां से इस कार्यक्रम में जुड़े हैं, उनके आशीर्वाद हमारी बहुत बड़ी शक्ति है। अनेक पवित्र कार्य करने के लिए उनके आशीर्वाद हमें एक शक्ति देंगे, ये मेरा पूरा भरोसा है। ਕੇਂਦਰ ਸਰਕਾਰ ਦੇ 3 ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀ ਸਰਹੱਦ ਤੇ ਕਈ ਥਾਵਾਂ ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ।
इस दौरान दिल्ली हरियाणा के सिंघू बॉर्डर ते किसानां दीयां झोपड़ियां नूं अग लगण दी खबर भी सामने आई है। इन्ना ही नहीं, किसान आगुआं ने इस घटना लई सरकार ते साजिश दा दोष लगाया है, जबकि अग लगण दी सूचना मिलण तो बाद सोनीपत पुलिस अते फायर विभाग की टीम ने इस ते काबू पाया। सोनीपत कुंडली सरहद ते किसानां दीयां झोपड़ियां नूं अग लगण दी घटना दिवाली दी देर रात दी दसी जा रही है। हालांकि इस दौरान किसी भी किसान का कोई नुकसान नहीं होया, जबकि कूलर, बिस्तरे, पखे, कपड़ियां समेत झोपड़ी विच जो भी समान रखिया होया सी ਉਹ ਸੜ ਕੇ ਸੁਆਹ ਹੋ ਗਿਆ। ਬਿਲਕੁਲ ਇਹੀ ਗੱਲ ਆ ਵੀ ਕੋਈ ਸ਼ਰਾਰਤਬਾਜ਼ੀ ਹੋਈ ਆ ਜੋ ਕਿਸਾਨਾਂ ਦੇ ਦੱਸਣ ਮੁਤਾਬਕ ਜੋ ਮੌਕੇ ਤੇ ਸੀ। ਅਸੀਂ ਵੀ ਸਟੇਜ ਪਾਸਿਓਂ ਹੁਣੇ ਪਹੁੰਚੇ ਆ। ਜਾਨੂੰ ਅੱਗ ਤੇ ਕਾਬੂ ਕਿਸਾਨਾਂ ਵੱਲੋਂ ਪਹਿਲਾਂ ਫਾਇਰ ਬ੍ਰਿਗੇਡ ਦੀ ਲੀਡ ਹੋਈ ਆ। ਉਹਨਾਂ ਦੇ ਆਪਣੇ ਯੰਤਰ ਜਿਹੜੇ ਇੱਥੇ ਅੱਗ ਬੁਝਾਊ ਸਾਡੇ ਕਿਸਾਨ ਵੀਰਾਂ ਨੇ ਆਪਣੇ ਪਿੰਡਾਂ 'ਚੋਂ ਲਿਆ ਕੇ ਪੰਪ ਵਗੈਰਾ ਫਾਇਰ ਬ੍ਰਿਗੇਡ ਜਿਹੜੇ ਛੋਟੇ ਬਣਾ ਕੇ ਲਿਆਂਦੇ ਉਹਨਾਂ ਨਾਲ ਅੱਗ ਤੇ ਕਾਬੂ ਪਾਇਆ ਗਿਆ। फायर ब्रिगेड भी लेट पहुंची आ, लेकिन ये जिहड़ी गल आ अग लगी आ शरारतबाजी की गई आ। जिस तरह दो कैंपां दे विच किसान नहीं थी, हो सकदा वो अगे पिछे गए होण जां अपने पिंड गए होण ते नाल दे एक कैंप दे विच दो किसान जरूर सी, पर उन्हां नूं जिन्ना चिर मौका ही नहीं मिलिया वो अग बंद करन दा ਉਹਨਾਂ ਨੇ ਭੱਜ ਕੇ ਬਾਹਰ ਨਿਕਲਿਆ। ਉਨਾ ਚਿਰ ਜਿੰਨਾ ਇਹ ਪਲਾਸਟਿਕ ਦੇ ਆਪਾਂ ਕੈਂਪ ਬਣਾਏ ਹੋ ਇੱਥੇ ਉਹ ਇੱਕਦਮ ਅੱਗ ਫੜ ਕੇ ਸਾਰਾ ਨੁਕਸਾਨਿਆ ਗਿਆ। ਤੁਸੀਂ ਦੇਖਿਆ। हरियाणा तो एक दर्दनाक खबर सामने आई है। कुरुक्षेत्र जिले के शाहबाद नेड़े नलवी कोल कार के दरख्त नाल टकराउण नाल 5 नौजवानों की मौत हो गई है। मृतकों की पछाण गोल्डी, गुरमीत, अंकित, ब्रिजपाल और विशाल वजों हुई है। हादसे में मारे गए लोग आस पास के इलाके के वसनीक सन। यह हादसा वीरवार रात होया। पुलिस प्रशासन ने मौके पर पहुंच के क्रेन की मदद के नाल हादसाग्रस्त कार चों लाशां नूं बाहर कढ़िया और पोस्टमार्टम लई भेज दिता है। आज सुबह सूचना मिली थी कि नलवी के पास एक कार नीचे स्पेदों में टकरा करके हादसा हो गया, जिसमें 5 मौके पे एक्सपायर हो गए हैं, जिनमें मरने वालों में एक गांव बोरीपुर का, एक गांव किलाने का, 2 बसंतपुर के, एक नलवी का पता लग गया। उनको मतलब क्रेन द्वारा गड्डी को खींच करके डेड बॉडी को निकाला गया। अब सभी शवों को मतलब पोस्टमार्टम के लिए LNJP अस्पताल कुरुक्षेत्र भेज दिया और कार्रवाई करवा के उनको पोस्टमार्टम करवा जाए। सो ਇਹ ਸਨ ਹੁਣ ਤੱਕ ਦੀਆਂ ਖਬਰਾਂ। ਅਪਡੇਟਸ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਅਜੀਤ ਵੈਬ TV। ਧੰਨਵਾਦ।